कोई इतला नहीं, सानू तो पता कोई नहीं भाई। बंगलौर तो सोडा सूबा, थोड़ी ताजी ताजी सरकार बनी, खरगे साहब होस्ट। मैं एक दो वीडियो ही विखाउणी है किवें मिलते, किवें गलवकड़ियां पा पा मिलते सन एक दूजे नूं, ते रह तां कुछ गया नहीं भाई। हुण मैं ना मानू दा तां इलाज कोई नहीं राजा वड़िंग साहब। और सब तो वध खुशी, हाँ दुख भी है दो तीन लीडरां नूं एवें मैं आखा कांग्रेस च, चाहे वो प्रताप बाजवा जी ने बड़ी लड़ाई लड़ रहे सी, चाहे खैरा साहब ने, चाहे सिद्धू साहब ने, मगर मैं वेख्या जिन्ने खुशी अपने ने आ राजा वड़िंग साहब ने ते चन्नी साहब ने मचाई आ। हुण मेरा तां सवाल है अपना भगवंत मान जी नूं कि हुण ये बच जाणगे जी फिर कि सब फड़े जाणगे? ये दस दिओ भाई कि हुण मापदंड बदल जाने आ ओपोजिशन दे भी और इन्हां दी कारगुजारी दे भी। और मैं तां उन्हां ते तरस करदा जिहड़े पहिलां अंदर करा छड्डे, उन्हां विचारिਆਂ ਦਾ ਕੀ ਬਣੂ? ਕੀ ਹੁਣ ਉਹ ਕਰप्ट रह गए कि नहीं रह गए? उन्हां दा तां बड़ा तुसीं नुकसान कीता भाई। और ये रल मिल के पहला ही खेड रहे सी, दिल्ली च सरकार बनाई, फिर सौवां खा लिया कि नहीं भाई असीं नहीं कदे इकट्ठे हो सकते। मैं हैरान हो जाना कि एडे तगड़े तगड़े जिम्मेवार बंदे सियासतदान झूठ बोलन वेले मिनट दो लाउंदे। अज कुछ तस्वीरां ही कढ के लिआया, वीडियो भी विखाउणी है जिहड़ी जिहड़ी विखा भाई इन्हां नूं एक करके। आ तां पहली तां तस्वीर आ वेखो, ये सब कुछ ही बयान कर दिंदी, इत्थे विखा दे। मैनूं लगदा किन्नी खुशी है, कह रहे कि लै साडा दिल्ली ते केजरीवाल ते आपस में बी टीम दे वांग काम कर रहे ए या बी टीम। ये जिहड़ी आम आदमी पार्टी है बीजेपी दी बी टीम। हाँ जप्पिया मैनूं भी यकीन हुंदा जा रहा है जप्पिया आप पा लिया, बी टीम होर नूं किसे नूं दसी जांदे। ਤਾਂ ਦਿਖਾਈ ਅਗਲੀ ਉਹ ਖਾ ਬੜੀ ਨਜ਼ਾਰੇਦਾਰ ਨੇ ਜੀ। ਬਿਲਕੁਲ ਇਹਨਾਂ ਦੀ ਕੋਈ ਸਪੋਰਟ ਨਹੀਂ ਕਰਨੀ ਮੇਰੀ ਸੁਣ, ਅਸੀਂ ਕਲੀਅਰ ਕੱਟ ਕਰ ਰਹੇ ਹਾਂ, ਸਾਡਾ ਕੋਈ ਰਿਸ਼ਤਾ ਨਹੀਂ ਆਪ ਉਪਨਾ। ਇਹਨਾਂ ਕੋ ਬਚ ਕੇ ਰਹੋ, ਇਹਨਾਂ ਦੇ ਦਰਸ਼ਨ ਕਰਨੇ ਨਹੀਂ ਮਹਿੰਗੇ ਪੈਣਗੇ, ਤੁਸੀਂ ਰਿਸ਼ਤਿਆਂ ਦੀ ਤੇ ਗੱਲ ਲੋਨ ਪੈ ਗਈਆਂ ਜੱਫੀਆਂ ਤੇ ਕਹਿੰਦੇ ਦਰਸ਼ਨ ਕਰਨੇ ਮਹਿੰਗੇ। ਬਚ ਕੇ ਰਹੋ, ਕੌਣ ਬਚ ਕੇ ਰਵੇ? ਹੁਣ ਤਾਂ ਸਾਰੇ ਤੁਹਾਡੇ ਦੋਵਾਂ ਤੋਂ ਬਚ ਕੇ ਰਹਿਣ। ਅੱਗੇ ਵੀ ਬੜੀ ਕੰਮ ਦੀ ਗੱਲ ਪਤਾ ਨਹੀਂ ਕੀ ਕਹਿੰਦੇ ਹੁੰਦੇ, ਇਹਦੇ ਚ ਇੱਕ ਵੀਡੀਓ ਚ ਹੋਰ ਵੀ ਸੀ ਅਖੀਰ ਜੇ ਚ। ਪੰਜਾਬ ਜਿਹੜਾ ਉਹ ਪੰਜਾਬ ਜਿਹੜਾ ਭਾਈ ਪੂਰੀ ਦੁਨੀਆ ਨੂੰ ਬਚਾਉਣ ਵਾਲਾ ਇਹ ਨਹੀਂ ਮੇਰਾ ਵੀ ਰੇ ਨਹੀਂ, ਉਹ ਜਿਹੜੀ ਪਹਿਲਾਂ ਇਹਨਾਂ ਦੀਆਂ ਭਾਜਨਾਂ ਹੀ ਸੁਣਾ ਦੇ ਸਭ ਦੀਆਂ। ਵੇਖੋ ਅਗਦੀ ਕਾਂਗਰਸ ਤੇ ਪਹਿਲਾਂ ਉਹ ਵਿਧਾਨ ਸਭਾ ਵਾਲੀ ਵਿਖਾਈ ਪੰਜਾਬ ਸਰਕਾਰ ਮੁਰਦਾਬਾਦ, ਆ ਸੁਣੋ ਜਮਹੂਰੀਅਤ ਦੀ ਕਾਤਲ ਮੁਰਦਾਬਾਦ, ਜਮਹੂਰੀਅਤ ਦੀ ਕਾਤਲ। ਆ ਰੋਕੀ ਭਾਈ। ਹੁਣ ਜਮਹੂਰੀਅਤ ਦੇ ਕਾਤਲਾਂ ਨਾਲ ਇਹ ਗਲਵਕੜੀ ਕਿਵੇਂ ਪੈਣੀ? ਔਰ ਇਹਨਾਂ ਦੇ ਅੱਗੇ ਮਤਲਬ ਕਿਵੇਂ ਗਿਵ ਐਂਡ ਟੇਕ ਚੱਲਦਾ ਸੀ। ਉਹ ਆਪਾਂ ਸੁਸ਼ੀਲ ਰਿੰਕੂ ਸਾਹਿਬ ਦੇ ਕੇਸ 'ਚ, ਲੁਧਿਆਣੇ ਦੇ MP ਵਾਲੇ ਕੇਸ 'ਚ ਬੜੀ ਚੰਗੀ ਤਰ੍ਹਾਂ ਵੇਖ ਲਿਆ। 4 ਦਿਨ ਪਹਿਲਾਂ ਤਾਂ ਹਜ਼ਾਰ ਰੁਪਏ ਦੀ ਗੱਲ ਕਰ ਰਿਹਾ ਸੀਗਾ, ਮੂਸੇ ਵਾਲੇ ਦੀ ਡੈਥ ਦੀ ਗੱਲਾਂ ਕਰ ਰਿਹਾ ਸੀਗਾ। ਹੁਣ ਤਾਂ ਮੈਂ ਮੂਸੇ ਵਾਲਾ ਸਾਹਿਬ ਦੇ ਪਰਿਵਾਰ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਇਸ ਸਰਕਾਰ ਨੂੰ ਆ ਸੁਣ ਲਓ ਵੀ ਪੰਜਾਬ ਦੇ ਵਿੱਚ ਇਹਨਾਂ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹਨਾਂ ਨੇ ਝੂਠ ਬੋਲ ਕੇ ਆਪਣੀ ਸਰਕਾਰ ਬਣਾਈ ਹੈ ਪੰਜਾਬ ਦੇ ਵਿੱਚ। ਮਾਰਚ ਮਹੀਨੇ ਦੇ ਵਿੱਚ ਰਿਜ਼ਲਟ ਆਏ ਸੀ, ਨਤੀਜੇ ਆਏ ਸੀ, ਔਰ ਅੱਜ ਤਕਰੀਬਨ 10 ਮਹੀਨੇ ਹੋ ਗਏ ਸਰਕਾਰ ਬਣੇ। ਔਰ ਜਿਹੜਾ ਹਜ਼ਾਰ ਰੁਪਈਆ ਬੀਬੀਆਂ ਨੂੰ ਇਹਨਾਂ ਨੇ ਕਿਹਾ ਸੀ कि हर एक परिवार दे विच हर औरत नूं जिहड़ी उम्र 18 साल तो उपर है उन्होंने 1000 रुपया दिता जाएगा। दो कापियां ला लो अपने अपने घरों दे विच, एक एक बीबी का 10-10 हज़ार रुपया हो गया, 10 महीने हो गए। और जो इन्हां लोकां ने क्योंकि थोड़े दिनों के विच चोणां आ जाणियां, कारपोरेशन दी चोणां आणियां, इन्हां ने वोटां मंगणियां ने तुहाडे कोल, और तुसीं अपना खाता जरूर दस्सिओ कि भाई साहब या भैन जी ਜਿਹੜੇ ਤੁਸੀਂ ਵੋਟ ਮੰਗਣ ਲਈ ਆਏ ਹੋ, ਜੇ ਸਾਡੇ ਕੋਲ ਵੋਟਾਂ ਲੈਣੀਆਂ ਤਾਂ ਪਹਿਲਾਂ 1000 ਰੁਪਇਆ ਜਿਹੜਾ ਮਹੀਨੇ ਦਾ ਤੁਸੀਂ ਕਿਹਾ ਸੀ ਇਹ ਸਾਡੀਆਂ ਬੀਬੀਆਂ ਦੇ ਸਾਡੇ ਲੋਕਾਂ ਦੇ ਖਾਤਿਆਂ ਦੇ ਵਿੱਚ ਪਾਓ, ਫਿਰ ਸਾਡੇ ਨਾਲ ਵੋਟ ਦੀ ਗੱਲ ਤੇ ਹਿਸਾਬ ਜ਼ਰੂਰ ਕਰੇ ਨਾਲ ਬੜੇ ਟਾਈਮ।
ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਔਰ ਮੁੱਖ ਮੰਤਰੀ ਦਿੱਲੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਕਿੰਨੀ ਲੰਬੀ ਹੈ ਹੁਣ ਮੈਂ ਇਹ ਦਿਖਾਈ ਕਿਉਂ ਤੁਹਾਨੂੰ, ਇਹ ਰਾਤੋਂ ਰਾਤ ਹੀ ਰੰਗ ਬਦਲ ਜਾਂਦੇ। ਇਹਨਾਂ ਨੇ ਅੱਗੇ ਆਪਦਾ ਇੱਕ XMLA ਭੇਜ ਕੇ ਉੱਥੋਂ MP ਬਣਾ ਲਿਆ। ਗੱਠਜੋੜ ਤਾਂ ਇਹਨਾਂ ਦਾ ਪਹਿਲਾਂ ਚੱਲ ਰਿਹਾ ਸੀ। ਔਰ ਪੰਜਾਬ ਦੀ ਵਿਧਾਨ ਸਭਾ 'ਚ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਐਡੀ ਜ਼ਿੰਮੇਵਾਰੀ ਨਾਲ ਗੱਲ ਕਹੀ ਕਿ ਇੰਨੀ ਕਾਲੀ ਬੱਚੀ ਵੀ ਭਗਵੰਤ ਮਾਨ ਨੂੰ ਗਾਲਾਂ ਕੱਢਣ ਦਾ ਟਾਈਮ ਮਿਲ ਗਿਆ ਜੀ ਜੁਆਇੰਟ ਕੈਂਸਲ ਹੋ ਗਿਆ ਕਰੋ ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ ਉਹ ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ ਮੈਨੂੰ ਗਾਲਾਂ ਕੱਢਣ ਦੀ ਇੰਨੀ ਕਾਲੀ ਕਾਦੀ ਹੁੰਦੀ ਹੈ ਤੁਹਾਡਾ ਕਾਗਜ਼ ਪੱਤਰ ਵੀ ਦੇਖ ਲੈ ਐਮਪੀ ਹੋ ਸਾਡਾ ਹੋ ਗਿਆ ਸਾਡਾ ਕੰਮ ਨਹੀਂ ਹੋਇਆ ਤੁਸੀਂ ਕਹਿੰਦੇ ਹੋ 5.5 ਰੁਪਏ ਸਾਡੇ ਮਿਨਿਸਟਰ ਬੈਠੇ ਆ ਤੁਸੀਂ ਕਦੇ ਪ੍ਰਾਣੀ ਲੈ ਕੇ ਜਾਓ ਪ੍ਰਾਣੀ ਲੈ ਕੇ ਜਾਓ 5.5 ਰੁਪਏ ਚ ਭਰ ਲਿਓ ਜੇ ਤੂੰ 9.5 ਰੁਪਏ ਮੰਗੇ ਉਹਨਾਂ ਹੁਣ ਮੈਂ ਕਿਉਂ ਵਿਖਾਈ ਤੁਹਾਨੂੰ, ਕਹਿੰਦਾ ਉਹ MP ਤੁਹਾਡਾ, ਉਹਦਾ ਭਾਈ ਸਾਹਿਬ ਅੱਗੇ SSP ਲਾ ਛੱਡਿਆ। ਉਹ ਇਹਨਾਂ ਦਾ ਗੱਠਜੋੜ ਤਾਂ ਲੋਕਾਂ ਨੂੰ ਮੂਰਖ ਬਣਾ ਰਹੇ ਸੀ। ਗੱਠਜੋੜ ਤਾਂ ਪਹਿਲਾਂ ਦਾ ਸੀ। ਜਿਹੜਾ ਵਿਜੀਲੈਂਸ 'ਚ ਜਦੋਂ ਆ ਸਾਡੇ ਆਸ਼ੂ ਤੇ ਕਾਰਵਾਈ ਹੋਈ, ਆਸ਼ੂ ਜੀ ਤੇ ਜਿਹੜਾ ਸਭ ਤੋਂ ਵੱਧ ਖੱਲਰ ਪਾਇਆ MP ਸਾਹਿਬ ਨੇ, ਉਹਨਾਂ ਤੇ ਤਾਂ ਕਾਰਵਾਈ ਕੋਈ ਨਹੀਂ ਹੁੰਦਾ। ਤਾਂ ਆ ਨਵੇਂ ਵਿਆਹੇ ਨਾਲ ਫੋਟੋਆਂ ਵਧੀਆ ਲੱਗ ਗਿਆ, ਹੱਸਦਿਆਂ ਦੀ ਖੇਡਦਿਆਂ ਦੀ। ਇਹਨਾਂ ਦੇ ਗੱਠਜੋੜ ਤਾਂ ਭਾਈ ਪਹਿਲਾਂ ਹੋਏ ਆ। ਇਹ ਕੱਲਾ ਮੈਨੂੰ ਲੱਗਦਾ ਆਸ਼ੂ ਨੂੰ ਠਕਾਉਣ ਤੱਕ ਦਾ ਹੀ ਮਤਲਬ ਸੀ ਕਿ ਇਹਨੂੰ ਰਗੜ ਦਿਓ, ਬਾਕੀ ਗੱਲਾਂ ਸਾਡਾ ਹੀ ਸਿਆਸਤ ਸਿੱਧਰੀ ਹੋ ਜੂ। ਆ ਫੋਟੋ ਸਾਰੇ ਪਰਿਵਾਰ ਨਾਲ। ਮੈਂ ਕਿਤੇ ਇੱਕ ਚੀਜ਼ ਵਿਖਾਵਾਂ ਕਿ ਇਹਨਾਂ ਦੇ ਗੱਠਜੋੜ ਹੋਏ ਆ ਕਿ ਨਹੀਂ ਹੋਏ। ਹੁਣ ਇਹ ਹੋਏ ਕਿਉਂ ਆ, ਖੁਸ਼ ਕਿਉਂ ਦੋ ਬੰਦੇ? ਮੈਨੂੰ ਲੱਗਦਾ ਗਾਂ ਇਨਕੁਆਇਰੀ ਤੋਂ ਬਚਣਾ, ਹੋਰ ਕੋਈ ਕਾਰਨ ਨਹੀਂ। ਔਰ ਪੰਜਾਬ ਦੇ ਲੋਕ 38 ਬੰਦਿਆਂ ਦੀ ਡੈਥ ਹੋ ਗਈ ਹੈ ਜੀ। ਆਪ ਸਰਕਾਰੀ ਮਤਲਬ ਆંકੜੇ ਨੇ, ਇਹ ਤੋਂ ਸਾਡਾ ਹੀ ਗਿਣਤੀ ਵੱਧ ਅਸੀਂ ਸਮਝਦੇ ਹਾਂ, ਮਗਰ ਚਲੋ ਜੇ ਮੈਂ ਸਰਕਾਰੀ ਫੈਕਟਸ ਗਿਣਾ, ਉਹਨਾਂ ਵਾਸਤੇ ਦੋਵੇਂ ਪਾਰਟੀਆਂ ਹੁਣ ਕੀ ਕਰਨਗੀਆਂ। ਮੈਂ ਅੱਜ ਕਾਂਗਰਸ ਨੂੰ ਵੀ ਬੇਨਤੀ ਕਰਦਾ ਕਿ ਭਾਈ ਹੁਣ ਆਪਦੇ ਭਾਈਵਾਲ ਪਾਰਟੀ ਨਾਲ, ਆਪਦੇ ਮੁੱਖ ਮੰਤਰੀ ਨਾਲ ਗੱਲ ਕਰਕੇ ਉਹਨਾਂ ਨੂੰ ਮੁਆਵਜ਼ੇ ਦੇਣ ਲਈ, ਜੋ 10-10 ਲੱਖ ਤੁਸੀਂ ਕਿਹਾ ਸੀ ਪਰਸੋਂ ਚੌਥੇ ਦੀ PC 'ਚ ਰਾਜਾ ਵੜਿੰਗ ਸਾਹਿਬ ਕਹਿ ਰਹੇ ਸੀ ਕਿ 10-10 ਲੱਖ ਘੱਟ ਤੋਂ ਘੱਟ ਦੇਣਾ ਚਾਹੀਦਾ ਜਿਹਦੀ ਡੈਥ ਹੋ ਗਈ। ਹੁਣ ਦਿਓਗੇ ਜਿਨ੍ਹਾਂ ਦੀ ਜਾਨੀ ਮਾਲੀ ਨੁਕਸਾਨ ਹੋਇਆ, ਫਸਲਾਂ ਦਾ ਨੁਕਸਾਨ ਹੋਇਆ, ਕੀ ਉੱਥੇ 70-70 ਹਜ਼ਾਰ ਰੁਪਇਆ ਦੋਗੇ ਕਿ ਪੱਲਾ ਲੋਕਾਂ ਨੂੰ ਮੂਰਖ ਬਣਾਉਣ ਦਾ ਹੀ ਕੰਮ ਕਰੋਗੇ? ਲੀਡਰ ਆਫ ਆਪੋਜੀਸ਼ਨ ਦੀ ਕੁਰਸੀ ਤੇ ਹੁਣ ਬੈਠਣ ਦਾ ਮਤਲਬ ਨਹੀਂ, ਹੁਣ ਤਾਂ ਟ੍ਰੈਜਰੀ ਬੈਂਚ 'ਚ ਬੈਠਣ ਤੇ ਪੰਜਾਬ ਦੇ ਭਲੇ ਵਾਸਤੇ ਕੀ ਕਰ ਸਕਦੇ ਉਹ ਗੱਲ ਕਰਨ। ਔਰ ਮੈਂ ਸਮਝਦਾ ਕਿ ਆਹ ਜਿਹੜਾ ਗੱਠਜੋੜ ਹੋਇਆ ਉਹਦਾ ਦਿੱਲੀ 'ਚ ਬਹਿ ਕੇ ਇਹਨਾਂ ਨੇ ਕੀਤਾ। ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਤਾਂ ਕੀ ਹੋਇਆ ਜਿਹੜੇ ਸਾਰੇ ਫੈਸਲੇ ਸੀ ਦਿੱਲੀ ਦੇ ਮਸਲੇ 'ਚ, ਦਵਿੰਦਰਪਾਲ ਭੁੱਲਰ ਦੇ ਕੇਸ 'ਚ ਗੱਲਾਂ ਕਰਦੇ ਸੀ, ਹੋਰ ਸੀਗੇ ਬੰਦੀ ਸਿੰਘਾਂ ਦੇ, ਹੁਣ ਸਾਰੇ ਕੰਪਰੋਮਾਈਜ਼ ਹੋ ਗਏ, ਸਾਰੇ ਕੇਸਾਂ 'ਚ ਹੱਥ ਮਿਲਾ ਲਏ। ਹੁਣ ਮੁੱਦਾ ਹੀ ਕੋਈ ਨਹੀਂ ਰਹਿ ਗਿਆ, ਕੱਲੀ ਤੇ ਕੱਲੀ ਪਰਸਨਲ ਪੋਲਿਟਿਕਸ, ਪਰਸਨਲ ਫਾਇਦੇ ਤੱਕ ਕੰਮ ਸੀਮਿਤ ਰਹਿ ਗਿਆ। ਔਰ ਅੱਧੇ MP ਚਲੇ ਗਏ ਆ ਭਾਜਪਾ 'ਚ, ਅੱਧੇ ਚਲੇ ਗਏ ਆਪ 'ਚ। ਗਾਂ ਹੁਣ ਜੋ ਫੈਸਲਾ ਹੋਇਆ ਦਿੱਲੀ ਬਹਿ ਕੇ, ਇਹ ਵੀ ਬਾਹਰ ਆ ਜਾਣਾ। ਚਲੋ ਮੈਂ ਪਹਿਲਾਂ ਦੱਸ ਰਿਹਾ, ਫੈਸਲਾ ਇਹ ਹੋਇਆ ਕਿ ਕਾਂਗਰਸ ਪਾਰਟੀ ਪੰਜਾਬ ਤੇ ਦਿੱਲੀ ਆਮ ਆਦਮੀ ਪਾਰਟੀ ਨੂੰ ਛੱਡ ਦੂਗੀ। ਆਮ ਆਦਮੀ ਪਾਰਟੀ ਬਾਕੀ ਦੇਸ਼ ਕਾਂਗਰਸ ਦੇ ਖਿਲਾਫ ਨਹੀਂ ਲੜੂਗੀ। ਤਾਂ ਗੱਠਜੋੜ ਦੇ ਫੈਸਲੇ ਨੇ, ਉਹਦੀ ਗੱਲ ਨਹੀਂ ਕਰਦੇ, ਫੈਸਲਾ ਕਰੀ ਜਾਣਗੇ ਕਿ ਨਹੀਂ ਜੀ ਅਕਾਲੀ ਦਲ ਦਾ ਤੇ ਭਾਜਪਾ ਦਾ ਗੱਠਜੋੜ ਹੋਇਆ। ਆਹੋ ਫੈਸਲਾ ਹੋ ਗਿਆ, ਉਹ ਤਾਂ ਇਕੱਲੇ ਤੈਨੂੰ ਡੀਕਦੇ ਰਾਜਾ ਵੜਿੰਗ ਸਾਹਿਬ ਕਿ ਪ੍ਰਧਾਨ ਜੀ ਚਾਹੀਦੇ ਨਾਲ। ਐਵੇਂ ਫਜ਼ੂਲ ਦੀਆਂ ਗੱਲਾਂ ਕਰੀ ਜਾਣੀਆਂ। ਜਿਹੜੀ ਸਟੇਜ ਸਾਂਝੀ ਹੋ ਗਈ ਉਹਦੀ ਗੱਲ ਕਰਦੇ ਨਹੀਂ, ਆਪ ਦੀਆਂ ਕਹਾਣੀਆਂ ਪੇਸ਼ ਕਰੀ ਜਾਂਦੇ। ਇਸ ਲਈ ਇਹਨਾਂ ਨੂੰ ਬੇਨਤੀ ਹੈ ਸਪੀਕਰ ਸਾਹਿਬ ਨੂੰ ਕਿ ਇੱਕ ਤਾਂ ਉਹ ਚਿੱਠੀ ਜਿਹੜੀ ਤੁਹਾਨੂੰ ਲਿਖੀ ਆ, ਜੇ ਲੋਕਤੰਤਰ ਬਚਾਉਣਾ, ਸੀਰੀਅਸ ਆਪੋਜੀਸ਼ਨ ਦੇ ਨਾਲ ਹੀ ਡੈਮੋਕ੍ਰੇਸੀ ਚੱਲਦੀ ਹੈ, ਤੇ ਇਹਨਾਂ ਨੂੰ ਟ੍ਰੈਜਰੀ ਬੈਂਚ 'ਚ ਨਾਲ ਬਿਠਾ ਕੇ ਵਜ਼ੀਰੀਆਂ ਦੇਣੀਆਂ ਵਜ਼ੀਰੀਆਂ ਦੇ ਦਿਓ। MP ਤੁਸੀਂ ਅੱਗੇ ਕੁਝ ਲੈ ਕੇ ਉਹ ਗਾਂ ਕੁਝ ਹੋਰ ਲੈ ਜਾਣੇ ਆ। ਰਲ ਮਿਲ ਕੇ ਤੁਸੀਂ ਸਰਕਾਰ 'ਚ ਰਹਿਣਾ।
ਮਗਰ ਲੋਕਾਂ ਦੇ ਭਲੇ ਵੱਲ ਵੀ ਧਿਆਨ ਦਿਓ। ਇਹ ਰੌਲਾ ਤਾਂ ਪਾਉਂਦੇ ਕਿ ਭਗਵੰਤ ਮਾਨ ਗਿਆ ਬੰਗਲੌਰ, ਨਹੀਂ ਜਾਣਾ ਚਾਹੀਦਾ ਸੀ। ਪੰਜਾਬੀ ਪਹਿਲਾਂ ਚਾਹੀਦੇ ਸਨ ਜੇ ਹੜ੍ਹਾਂ ਦਾ ਨੁਕਸਾਨ ਹੋਇਆ, ਲੋਕਾਂ ਦਾ ਨੁਕਸਾਨ ਹੋਇਆ। ਮਗਰ ਸੱਦਿਆ ਕੀ ਨੇ? ਸੱਦਣ ਵਾਲੇ ਤਾਂ ਆਪ ਤੇ ਇੱਥੇ ਬਹਿ ਕੇ ਲੋਕਾਂ ਨੂੰ ਮੂਰਖ ਬਣਾਓ, ਕਹਿੰਦੇ ਗਿਆ ਕਿਉਂ? ਭਾਈ ਜਾਣ ਵਾਲੇ ਦੀ ਤਾਂ ਗਲਤੀ, ਤੇ ਸੱਦਣ ਵਾਲੇ ਕੌਣ ਸੀ? ਕੋਈ ਹੋਰ ਨਹੀਂ, ਕਾਂਗਰਸੀ ਸਨ। ਇਸ ਲਈ ਥੋੜਾ ਵੇਖੋ। ਔਰ ਉਹ ਫੋਟੋ ਵੀ ਆ ਗਈ ਹੈ ਕਿ ਜਹਾਜ਼ ਕਿਹੜੇ ਤੇ ਗਏ ਆ, ਉਹ ਵਿਖਾ ਦੇ ਭਾਈ। ਉਹ ਜੇ ਹੈਗੀ ਓਬਰਾਏ ਦੇ ਜਹਾਜ਼ ਤੇ ਚੜੇ ਫਿਰਦੇ ਆ। ਇਹ ਜਿਹੜਾ ਮੂਰਖ ਬਣਾਉਣ ਦਾ ਸਿਸਟਮ ਫੜਿਆ ਨਾ, ਇਸ ਤੋਂ ਬਚਣ ਦੀ ਲੋੜ। ਤੁਹਾਡੇ ਕੋਈ ਸਵਾਲ ਜੀ? ਬਾਕੀ ਆ ਕੋਲਾਜ ਵਿਖਾ ਦੇ ਆ, ਡੇਡਾ ਵਧੀਆ ਤਿਆਰ ਹੋ ਗਿਆ। ਫੋਟੋ 1, ਆ ਫੋਟੋ 2 ਵਿਖਾਈ। ਚੱਲ ਮੇਰਾ ਵੀਰ ਹੈ ਹੀ ਬੜੀਆਂ। ਆ ਵੇਖੋ ਕਿੰਨੀ ਖੁਸ਼ੀ ਜ਼ਾਹਿਰ ਹੋ ਰਹੀ ਹੈ। ਐਵੇਂ ਉਹਨੂੰ ਵਿਚਾਰੇ ਨੂੰ, ਸੋਨੀ ਨੂੰ ਅੰਦਰ ਕਰਾਤਾ, ਆਸ਼ੂ ਨੂੰ ਅੰਦਰ ਕਰਾਤਾ, ਕਿੱਕੀ ਢਿੱਲੋਂ ਨੂੰ ਅੰਦਰ ਕਰਾਤਾ। ਆਪ ਪ੍ਰਧਾਨ ਜੀ ਜੱਫੀਆਂ ਪਾਈ ਜਾਣ ਡੇ ਆ ਤੇ ਖੁਸ਼ ਕਿੱਡੇ ਆ। ਉਹ ਸਾਰਾ ਤਾਂ ਹੁਣ ਇਹਨਾਂ ਦਾ ਚੱਲਦਾ ਹੀ ਕੰਮ ਗਾਂਧੀ ਪਰਿਵਾਰ ਤੋਂ। ਤੇ ਉਹਨਾਂ ਨੇ ਜਦ ਫੈਸਲਾ ਕਰ ਲਿਆ ਤੇ ਭਾਈ ਇੱਥੇ ਕਿਸੇ ਨੂੰ ਕੀ ਪੁੱਛਣਾ। ਹਾਂ, ਆ ਬਾਜਵਾ ਸਾਹਿਬ ਤੇ ਮੈਨੂੰ ਤਰਸ ਆਉਂਦਾ ਕਿ ਇਹਨਾਂ ਦਾ ਵਿਚਾਰਿਆਂ ਨੇ ਇਹਨਾਂ ਬੜੀ, ਵਾਕਿਆ ਇਹਨਾਂ ਨੇ ਲੜਾਈ ਲੜੀ। ਐਵੇਂ ਮੈਂ ਆਖਾਂ, ਮੈਂ ਉਹਨਾਂ ਦੀ ਕਦਰ ਕਰਦਾ। ਕਈ ਤਾਂ ਬੋਲਦੇ ਹੀ ਨਹੀਂ ਸੀ, ਕਈਆਂ ਤਾਂ ਕਹਿੰਦੇ ਮੈਚ ਪਹਿਲਾਂ ਦਾ ਹੀ ਫਿਕਸ ਚੱਲ ਰਿਹਾ, ਵਿੱਚ ਬੜੇ ਹਿੰਮਤ ਨਾਲ ਲੜਦੇ ਸੀ। ਖਹਿਰਾ ਸਾਹਿਬ ਲੜਦੇ ਸੀ। ਐਵੇਂ ਮੈਂ ਸਹੀ ਗੱਲ ਨੂੰ ਸਹੀ ਕਹੂੰਗਾ, ਮਗਰ ਜਿਹੜੇ ਅੱਜ ਕੰਪਰੋਮਾਈਜ਼ ਨੇ ਉਹਨਾਂ ਦੀ ਤਾਂ ਤੁਹਾਡੇ ਸਾਹਮਣੇ ਫੋਟੋਆਂ ਵੀ ਆ ਗਈਆਂ, ਤਸਵੀਰਾਂ ਵੀ ਆ ਗਈਆਂ। ਇਨਕੁਆਇਰੀਆਂ ਤੋਂ ਕੋਈ ਡਰਦਾ ਰਲ ਗਿਆ, ਕੋਈ ਕਿਵੇਂ ਰਲ ਗਿਆ। ਹੌਲੀ ਹੌਲੀ ਸਾਰੀ ਸੀਟ ਸ਼ੇਅਰਿੰਗ ਦਾ ਵੀ ਇਹਨਾਂ ਨੇ ਦੱਸ ਦੇਣਾ। ਤੁਹਾਡੇ ਕੋਈ ਸਵਾਲ ਜੀ? ਆ ਵੇਖੋ, ਆ ਐਮਪੀ ਸਾਹਿਬ ਇੱਕ ਹੋਰ ਨੇ ਜਿਨ੍ਹਾਂ ਦਾ ਰੌਲਾ ਪੈ ਰਿਹਾ ਹੈਗਾ। 2-3 ਚੱਲੇ, 2-3 ਚਲੋ ਪਹਿਲਾਂ ਹੀ ਰਿਬਨ ਕੱਟੀ ਜਾਂਦਾ। ਸਰਕਾਰਾਂ ਰਿਬਨ ਕੱਟਦੀਆਂ ਹੁੰਦੀਆਂ, ਨਾਲ ਹੀ ਹੋ ਕੇ ਕੱਟੀ ਜਾਂਦੇ ਆ। ਇਹਨਾਂ ਦੀ ਵੀਡੀਓ ਵੀ ਇੱਕ ਬਹੁਤ ਵਧੀਆ। ਆ ਵੇਖੋ, ਜਗਦੀਸ਼ ਟਾਈਟਲਰ ਨਾਲ, ਜਿਹਨੂੰ ਕਾਂਗਰਸ ਅਹੁਦੇ ਦਿੰਦੀ ਹੈ, ਉਹਦੇ ਨਾਲ ਕਿੱਡੇ ਪਿਆਰ ਨਾਲ ਕੇਜਰੀਵਾਲ ਸਾਹਿਬ ਉਹਨੂੰ ਮਿਲ ਰਹੇ। ਔਰ ਇਹ ਪਹਿਲਾਂ ਵੀ ਅਸੀਂ ਗੱਲਾਂ ਜਨਤਕ ਕਰ ਚੁੱਕੇ ਸਾਂ। ਸਰ ਇੱਕ ਸਵਾਲ ਹੈ, ਅੱਜ ਗਵਰਨਰ ਸਾਹਿਬ ਨੂੰ ਮਿਲੇ ਨੇ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ, ਉਹਦੇ ਮੰਗ ਕਰਕੇ ਆਏ ਨੇ ਕਿ ਕੇਂਦਰ ਸਰਕਾਰ ਨੂੰ ਪੈਕੇਜ ਦੇਣਾ ਚਾਹੀਦਾ 10,000 ਕਰੋੜ ਰੁਪਏ ਦਾ ਪੰਜਾਬ ਦੇ ਨੁਕਸਾਨ ਦੇ ਲਈ। ਦੇਖੋ, ਪੰਜਾਬ ਸਰਕਾਰ ਇਹਨਾਂ ਦੀ ਹੈ। ਮੈਂ ਤਾਂ ਕਹਿੰਦਾ ਇਹ ਰਲ ਮਿਲ ਕੇ ਜਾ ਕੇ ਹੁਣ ਗੱਲ ਕਰਕੇ ਆਉਣ। ਹੁਣ ਤਾਂ ਸਰਕਾਰ ਹੀ ਇਹਨਾਂ ਦੀ ਚੱਲ ਰਹੀ ਹੈ ਪੰਜਾਬ 'ਚ। ਗੱਠਜੋੜ ਜਦ ਹੋ ਗਿਆ ਨੈਸ਼ਨਲ ਲੈਵਲ ਤੇ, ਤੁਸੀਂ ਦੇਖੋ, ਯੂ ਆਰ ਅ ਸੀਜ਼ਨ ਜਰਨਲਿਸਟ, ਮੈਨੂੰ ਇੱਕ ਗੱਲ ਦੱਸੋ ਕਿ ਰਾਹੁਲ ਗਾਂਧੀ, ਸੋਨੀਆ ਗਾਂਧੀ ਦੇ ਫੈਸਲੇ ਤੋਂ ਬਾਹਰ ਇਹ ਜਾ ਸਕਦੀ ਹੈ? ਨਾ ਕੇਜਰੀਵਾਲ ਦੇ ਫੈਸਲੇ ਤੋਂ ਭਗਵੰਤ ਮਾਨ ਨੂੰ ਬਾਹਰ ਜਾ ਸਕਦੇ, ਨਾ ਇਹ ਜਾ ਸਕਦੇ। ਤੇ ਇਸ ਲਈ ਸਰਕਾਰ ਇਹਨਾਂ ਦੀ ਹੈ। ਲੋਕਾਂ ਨੂੰ ਮੈਂ ਤਾਂ ਕਹਿ ਰਿਹਾ ਕਿ ਲੋਕਾਂ ਦੀ ਮਦਦ ਤੇ ਆਉਣ, ਲੋਕਾਂ ਨੂੰ ਮੂਰਖ ਬਣਾਉਣ ਦਾ ਕੰਮ ਛੱਡਣ। ਹੁਣ ਗਵਰਨਰ ਸਾਹਿਬ ਨੂੰ ਮਿਲਣ ਦੀ ਲੋੜ ਨਹੀਂ, ਇਕੱਠੇ ਬਹਿ ਕੇ ਕੈਬਨਿਟ 'ਚ ਲੋਕਾਂ ਨੂੰ ਜਿਹੜਾ ਨੁਕਸਾਨ ਹੋਇਆ ਉਹਦੀ ਭਰਪਾਈ ਸ਼ੁਰੂ ਕਰੋ। ਉਹ ਕਹਿੰਦੇ ਨੇ ਸਰ ਕਿ ਭਾਜਪਾ ਸੁੱਤੀ ਪਈ ਸੀ ਜਦ ਵੈਸੇ ਪੰਜਾਬ ਦੀ ਗੱਲ ਕਰਦੀ, ਦੂਜੇ ਪਾਸੇ ਮੁੱਖ ਮੰਤਰੀ ਦਾ ਵੀ ਫੇਲੀਅਰ ਹੈ। ਹਾਲਾਂਕਿ ਜਿਹੜੀ ਮੀਟਿੰਗ ਫਰਵਰੀ ਤੋਂ ਹੋਈ ਸੀ ਉਹ ਜੁਲਾਈ 'ਚ ਕੀਤੀ ਹੈ ਜਾ ਕੇ। ਕਿਹੜੀ ਜੀ? ਜਿਹੜੀ ਮੀਟਿੰਗ ਇਹਨਾਂ ਨੇ ਕਰਨੀ ਸੀ ਤਿਆਰੀਆਂ ਨੂੰ ਲੈ ਕੇ, ਉਹ ਜਿਹੜੀ ਫਰਵਰੀ 'ਚ ਹੁੰਦੀ ਹੈ ਕਹਿੰਦੇ। ਯਾਰ ਉਹ ਤਾਂ ਵੀਡੀਓ ਹੀ ਆ ਗਈ ਹੈ ਨਾ ਜੀ। ਉਹ ਵੀਡੀਓ ਸੁਣਨੀ ਆ ਉਹਦੀ, ਜਿਹਦੀ ਉਹ ਘੱਗਰ ਦੇ ਬਾਰੇ ਬੋਲੀ ਜਾਂਦਾ ਸੀ ਕਿ ਵੇਖੋ ਜੀ ਹੁਣ ਤੱਕ ਘੱਗਰ ਵੀ ਅਸੀਂ ਸਭ ਠੀਕ ਕਰਤਾ ਤੇ ਮੁੜ ਕੇ ਘੱਗਰ ਨੇ ਜੋ ਨੁਕਸਾਨ ਕੀਤਾ ਤੁਹਾਡੇ ਸਾਹਮਣੇ। ਵੇਖੋ, ਇੱਕ ਪਾਸੇ ਲੋਕੀ ਬੇਘਰ ਹੋ ਗਏ ਆ, ਫਸਲਾਂ ਦੇ ਜਿਨ੍ਹਾਂ ਦੀ ਜ਼ਿੰਦਗੀ ਖਾਣ ਪੀਣ ਹੀ ਸਾਰੀ ਫਸਲਾਂ ਤੇ ਜੋ ਪੈਸੇ ਆਉਂਦੇ ਸੀ ਉਹ ਤੇ ਨਿਰਭਰ ਸੀ, ਖੇਤੀ ਤੇ ਨਿਰਭਰ ਸੀ, ਉਹਨਾਂ ਦੀ ਖੇਤੀ ਖਤਮ ਹੋ ਗਈ ਹੈ, ਉੱਜੜ ਗਈ ਹੈ। ਮਗਰ ਮੁੱਖ ਮੰਤਰੀ ਸਾਹਿਬ ਕਰੋੜਾਂ ਦੇ ਜਹਾਜ਼ ਤੇ ਚੜ ਕੇ ਲੱਖਾਂ ਰੁਪਈਆ ਦੇ ਕੇ ਬੰਗਲੌਰ ਜਾ ਰਹੇ ਆ ਆਪਦੀ ਪੋਲਿਟਿਕਸ ਕਰਨ ਵਾਸਤੇ। ਲੋਕਾਂ ਦਾ ਕੋਈ ਡਰ ਨਹੀਂ। ਔਰ ਹੈਡ ਹੀ ਪ੍ਰੀਪੇਅਰਡ ਪ੍ਰੋਪਰਲੀ ਫॉर these floods। ਮੈਂ ਨਹੀਂ ਕਹਿੰਦਾ ਕਿ ਹਾਂ ਫਲੱਡਸ ਨਹੀਂ ਆਉਣੇ ਸਨ, ਮਗਰ ਸ਼ਾਇਦ ਇਹ ਜਿੱਡੀ ਕੁਦਰਤੀ ਆਫਤ ਦਾ ਮਾਰ ਪਈ ਆ, ਓਡੀ ਆਫਤ ਭਗਵੰਤ ਮਾਨ ਦੇ ਕਰਕੇ ਵੀ ਮਾਰ ਪਈ ਹੈ। ਦੂਜੀ ਆਫਤ ਇਹਦੀ ਆਈ ਹੈ ਕਿ ਇਹਨੇ ਅੱਜ ਡੀਸਿਲਟਿੰਗ ਦਾ ਕਿੰਨਾ ਰੌਲਾ ਪਿਆ ਕਿ ਡੀਸਿਲਟਿੰਗ ਹੀ ਨਹੀਂ ਕਰਾਈ, ਕੋਈ ਤਿਆਰੀ ਨਹੀਂ ਕੀਤੀ। ਬੰਨਾਂ ਦਾ ਬੰਦ ਜੋ ਹਾਲ ਹੋਇਆ, ਜਿੰਨੇ ਬੰਦ ਟੁੱਟੇ ਆ ਤੁਹਾਡੇ ਸਾਹਮਣੇ। ਮਤਲਬ ਉਹਨਾਂ ਦੀ ਤਿਆਰੀ ਦੀ ਪੋਲ ਖੋਲ। ਇੱਕ ਮੀਟਿੰਗ ਦੱਸ ਦਿਓ ਜਦੋਂ ਔਰੇਂਜ ਅਲਰਟ, ਰੈੱਡ ਅਲਰਟ ਮੀਂਹ ਦਾ ਜਾਰੀ ਹੋ ਰਿਹਾ ਸੀ, ਚੰਡੀਗੜ੍ਹ ਕਲੱਬ 'ਚ ਤਾਂ ਪਹਿਲੀ ਸਾਲਗਿਰਾ ਮਨਾ ਰਹੇ ਸੀ। ਇਹ ਵਧਾਈ ਹੈ ਇਹਨਾਂ ਨੂੰ, ਮਨਾਉਣ। ਮਗਰ ਪੰਜਾਬ ਦੇ ਲੋਕਾਂ ਨੇ ਵੀ ਕਈਆਂ ਨੇ ਮਨਾਉਣੀ ਸੀ ਆਪਦੀ, ਕਿਸੇ ਦੀ ਸਾਲਗਿਰਾ ਸੀ, ਕਿਸੇ ਦੀ ਖੁਸ਼ੀ ਦਾ ਪ੍ਰੋਗਰਾਮ ਸੀ, ਗਮੀ ਦਾ ਸੀ। ਉਹ ਤਾਂ ਵਿਚਾਰੇ ਆਪਦੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ।
राम रहीम को पैरोल फिर से दी जा रही है हरियाणा। ਔਰ ਸੀਚੇਵਾਲ ਸਾਹਿਬ ਦੀ ਉਹ ਵੀਡੀਓ ਵੀ ਤੁਹਾਨੂੰ ਦੇਈ ਦਿੰਨੇ ਜਿਸ 'ਚ ਉਹਨਾਂ ਨੇ ਆਪ ਕਿਹਾ ਹੋਇਆ ਇਹਨਾਂ ਦੇ ਐਮਪੀ ਸਾਹਿਬ ਨੇ ਕਿ ਸਫਾਈ ਨਹੀਂ ਹੋਈ। ਮਤਲਬ ਇੱਕ ਚੀਜ਼ ਹੈ ਇਹਨਾਂ ਦੇ ਆਪ ਦੇ ਬੰਦੇ ਰੌਲਾ ਪਾ ਰਹੇ। ਸੌਰੀ, जो राम रहीम को फिर से पैरोल जो है वो दी जा रही है और ये रिपोर्ट्स है कि शाम तक फिर राम रहीम बाहर आ जाएगी। ਦੇ ਦਿੱਤੀ ਗਈ ਹੈ ਪੈਰੋਲ। ਮੈਂ ਤਾਂ ਪਹਿਲਾਂ ਤੋਂ ਹੀ ਕਿਹਾ ਜੀ ਡਿਫਾਲਟਰ ਬਾਬਾ ਨੂੰ ਅੰਦਰ ਬੰਦ ਕਰਕੇ ਰੱਖਿਆ ਕਰੋ, ਇਹ ਐਵੇਂ ਛੱਡ ਦਿੰਦੇ ਆ। ਹੁਣ ਜਿਹੜੇ ਛੱਡਦੇ ਆ ਛਡਾਉਂਦੇ ਆ ਉਹ ਦੱਸ ਸਕਦੇ ਦਾ ਜਵਾਬ ਮੇਰੇ ਤੋਂ ਕਾਹਦਾ ਮੰਗਦੇ। ਹਾਂਜੀ, ਹਿੰਦੀ ਕੀ ਹੈ ਡਿਫਾਲਟਰ ਬਾਬਾ ਭਾਈ। ਹਾਂਜੀ, ਅੱਜ ਨਾ ਮੇਰਾ ਪ੍ਰੋਗਰਾਮ ਜਿਹੜਾ ਜੀ ਉੱਤੇ ਰਹੋ, ਤੁਸੀਂ ਹੋਰ ਨਾ ਸੱਜੇ ਖੱਬੇ ਜਾਓ। चलो आपने चिट्ठी लिखी, आपने कहा कि सिटिंग प्लान भी हाँ जी, होना चाहिए, वो चिट्ठी वो बनी। उसके बारे में बताएं क्या चिट्ठी में आपने मांग की। देखो, मैंने एक सिंपल मांग करी है जी कि देखो लोकतंत्र डेमोक्रेसी जेडी है ये रूलिंग एंड ऑपोजिशन के दो बड़े पहलू होते हैं और अगर आपको ऑपोजिशन ही नहीं किसी ने करनी और आप आज आपका गठजोड़ हो गया नेशनल लेवल पे और नेशनल लेवल के लीडर्स ही इनके स्टेट लीडर्स की औहदे डिसाइड करते हैं, तो मैंने स्पीकर साहब को बोला कि अब ये तो जनतक हो गया, इन्होंने अपना प्लेटफॉर्म ऐलान था, इन्होंने अपना नाम ऐलान था, इन्होंने सब कुछ तो ऐलान दिया और जो वो सारी चीजें जनतक हुई है अब इनको इकट्ठे बिठा दो, ऑपोजिशन की कुर्सी में बैठने का अब इनका कोई काम नहीं रह गया। अच्छा, ये जो आप कह रहे हैं कि दिल्ली और पंजाब आम आदमी पार्टी लड़ेगी, बाकी ऑल ओवर इंडिया कांग्रेस लड़ेगी, ये फॉर्मूला लोकसभा चुनाव का जो आपकी जानकारी में है? जो मेरी जानकारी में देखो 2-3 बातें जानकारी में थी। पहले तो ये बार बार पिछली मीटिंग में भी फैसला नहीं हो सका था कि आपने ऑर्डिनेंस के मसले में आपने सपोर्ट देनी है। जब वो इस बार ही इन्होंने ऐलाना है और फिर ये गए हैं और नेक्स्ट स्टेप अब इसका ये है कि सीट शेयरिंग कैसे करनी है। यूनाइटेड ऑपोजिशन का क्या मतलब है कि भाई इधर आप तगड़े हो, इधर आप लड़ोगे, उधर आप लड़ोगे, इधर तृणमूल लड़ेगी, इधर नीतीश कुमार जी लड़ेंगे, इधर आप लड़ेगी, यही तो इनका फॉर्मूला है। सो इवेंचुअली आज से महीने के बाद या 2 महीने के बाद या 3 महीने के बाद ये अनाउंसमेंट होगी कि पंजाब में जितने ये कुछ 2-4 चाहवान है, जैसे रिंकू साहब चले गए, 2 एमपीओ की खबर तो आपने पहले ही चला दी है कि वो चले हैं, 1-2 के तो भाई अफसर लग ही गए हैं। एसएसपी कौन लगाता है? ये फैसले पहले हो गए हैं तभी लगते हैं ना। हमारा तो कोई रिश्तेदार अगर एसएसपी उसको लगाएंगे आपको लगता है? अब जिसके साथ गठजोड़ है उसको लग रहा है। ਰਾਜਾ ਵੜਿੰਗ ਨੇ ਜੀ ਬੀਜੇਪੀ ਤੇ ਅਕਾਲੀ ਦਲ ਦੇ ਅਲਾਈਅੰਸ ਤੇ ਵੀ ਟਵੀਟ ਕੀਤਾ ਸੀ ਕਿ ਉਹ ਭਰਾਵਾ ਉਹਨੂੰ ਉਹੀ ਮੈਂ ਕਹਿ ਰਿਹਾ ਹਾਂ, ਉਹ ਤਾਂ ਐ ਕਰ ਰਿਹਾ ਜਿਵੇਂ ਇਹ ਉੱਥੇ ਬੈਠਿਆ ਸੀਗਾ ਮੀਟਿੰਗ 'ਚ। ਔਰ ਹਾਂ ਮੈਂ ਮੰਨਦਾ ਰਾਜੇ ਵੜਿੰਗ ਸਹੀ ਗੱਲ ਕਹਿ ਰਿਹਾ, ਮਗਰ ਉਹ ਫਾਰਮੂਲਾ ਇਹ ਹੈ ਕਿ 5, 6 ਤੇ 2 ਇੱਕ ਰਾਜਾ ਵੜਿੰਗ ਲਈ ਵੀ ਕੁਰਸੀ ਛੱਡੀ ਹੈ ਕਿ ਇਹਦਾ ਕੋਈ ਪਤਾ ਨਹੀਂ ਇਹਨੇ ਰਹਿਣਾ ਕਿੱਥੇ। ਇਹਦਾ ਐਵੇਂ ਮਾਰੇ ਇਹਨਾਂ ਗੱਲਾਂ ਦਾ ਕੋਈ ਮਤਲਬ ਹੈ? ਦੇਖੋ ਐਨਡੀਏ ਦੀ ਮੀਟਿੰਗ ਹੋਈ ਹੈ ਕਿ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਉੱਥੇ ਦਿਖੀ? ਫਿਰ ਮੇਰਾ ਵੀ ਥੀਸ ਆਰ ਇਹ ਥੋੜਾ ਧਿਆਨ ਭਟਕਾਊ ਮੁੱਦੇ ਨੇ। ਇਹਨਾਂ ਦਾ ਸਮਝੌਤਾ ਤਾਂ ਤੁਹਾਡੇ ਸਾਹਮਣੇ ਹੋ ਰਿਹਾ। ਇਹ ਜਹਾਜ਼ ਉਤਰਦਿਆਂ ਤੋਂ ਪੌੜੀਆਂ ਚੜ੍ਹਦਿਆਂ ਤੋਂ ਕਿਵੇਂ ਜੱਫੀਆਂ ਰਾਘਵ ਚੱਡੇ ਤੋਂ ਲੈ ਕੇ ਸੰਜੇ ਸਿੰਘ ਤੋਂ ਲੈ ਕੇ ਸਾਰੇ ਇੱਕ ਦੂਜੇ ਨੂੰ ਪਾਉਂਦੇ ਸੀ, ਕੋਈ ਲੁਕੀ छिपी ਗੱਲ ਰਹਿ ਗਈ ਹਲੇ? आप ये कह रहे हैं कांग्रेस को आम आदमी पार्टी से लड़ा जाएगा। ਅਸਲ ਤਾਂ ਠੱਗੇ ਜਾਣੇ ਆ ਇਹਨਾਂ ਦੇ ਪੰਜਾਬ ਦੇ ਲੋਕ ਤੇ ਆ ਇਹਨਾਂ ਦੇ ਵਰਕਰ, ਜਿਨ੍ਹਾਂ ਨੂੰ ਇਹ ਕਹਿੰਦੇ ਸੀ ਕਿ ਤਗੜੇ ਹੋ ਕੇ ਲੜੋ। ਲੜੋ ਕਾਦੇ ਖਿਲਾਫ? ਇਹ ਤਾਂ ਲੀਡਰ ਰਲੇ ਆ, ਵਰਕਰ ਨੂੰ ਕਹਿੰਦੇ ਤੁਸੀਂ ਲੜੋ। ਮਜੀਠੀਆ ਸਾਹਿਬ, ਪ੍ਰਤਾਪ ਬਾਜਵਾ ਨੇ ਕਿਹਾ ਕਿ ਅਸੀਂ ਹਾਈ ਕਮਾਂਡ ਨਾਲ ਗੱਲ ਕਰਾਂਗੇ, ਹਾਈ ਕਮਾਂਡ ਨੂੰ ਮੁੜ ਵਿਚਾਰਨ ਦੇ ਲਈ ਇਹ ਜਿਹੜੀ ਗੱਲਬਾਤ ਕਰਾਂਗੇ। ਯਾਰ ਜੇ ਮੁੜ ਵਿਚਾਰ ਹੋ ਜੂ ਤੇ ਮੈਂ ਵੀ ਮੁੜ ਪ੍ਰੈਸ ਕਾਨਫਰੰਸ ਕਰ ਦੂੰ, ਮਗਰ ਹੁਣ ਵਿਚਾਰ ਜਿਹੜਾ ਹੋ ਗਿਆ, ਜਿਹੜਾ ਬੰਗਲੌਰ 'ਚ ਐਡਾ ਖਰਚਾ ਹੋਇਆ, ਇਹ ਭੱਜ ਗਏ ਆ ਉੱਥੇ, ਉਹਨਾਂ ਕੋਲ ਜਾ ਕੇ ਰਾਤਾਂ ਬਤੀਤ ਕਰਕੇ ਆਏ ਆ, ਉਹ ਕਿੱਥੋਂ ਤੁਸੀਂ ਨਹੀਂ ਛਾਪੋਗੇ? ਤੁਹਾਡੇ ਸਾਹਮਣੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਹੈ। ਕੱਲ ਵੀ ਜਿਹੜੀ ਰਾਜਾ ਵੜਿੰਗ ਸਾਹਿਬ ਦੀ ਪ੍ਰੈਸ ਕਾਨਫਰੰਸ ਸੀ, ਉਹ ਆਪ ਮੰਨ ਰਹੇ ਸੀ ਦਬੀ ਜ਼ਬਾਨ ਨਾਲ। ਹਲੇ ਤਾਂ ਕਹਿੰਦਾ ਮੇਰੇ ਧਿਆਨ 'ਚ ਇੰਨਾ ਹੀ ਆ, ਹਲੇ ਤਾਂ ਮੇਰੇ ਧਿਆਨ 'ਚ ਕਹਿੰਦਾ ਇੰਨਾ ਹੀ ਆ, ਗਾਹ ਦੱਸ ਦਿਆਂਗੇ। ਤੇ ਕਈਆਂ ਗੱਲਾਂ ਨਾਲ ਕਹਿੰਦਾ ਅਸੀਂ ਸਹਿਮਤ ਵੀ ਹਾਂ ਕੇਜਰੀਵਾਲ ਸਾਹਿਬ ਨਾਲ। ਤੇ ਹੁਣ ਤੁਹਾਨੂੰ ਤਰੀਕੇ ਨਾਲ ਦੱਸੀ ਤਾਂ ਜਾਂਦਾ ਸੀ ਕਿ ਸਾਡਾ ਤਾਂ ਅਸੀਂ ਤਾਂ ਸਹਿਮਤ ਆ, ਹੋਰ ਉਹ ਕੀ ਦੱਸ ਦੇਵੇ ਤੁਹਾਨੂੰ?
ਸਾਹਿਬ ਜਿਵੇਂ ਪੰਜਾਬ ਦੇ ਵਿੱਚ ਹੜ੍ਹ ਆਇਆ ਪੰਜਾਬ ਦੇ ਲੋਕੀ ਇਸ ਨੂੰ ਐਕਸੈਪਟ ਕਰਨਗੇ ਜਿਹੜੀ ਇਹ ਚੀਜ਼ਾਂ ਸਰ ਹੜ੍ਹਾਂ ਨੂੰ ਲੈ ਕੇ ਹੋਰ ਚੀਜ਼ਾਂ ਨੂੰ ਲੈ ਕੇ ਇਸ਼ੂਸ ਦੇ ਵਿਰੋਧ ਦੇਖੋ ਵਾਈ ਐਮ ਆਈ ਰੇਜ਼ਿੰਗ ਦਿਸ ਇਸ਼ੂ ਕਿ ਤੁਸੀਂ ਜਾ ਕੇ ਇਹ ਚਲੋ ਗਏ ਆ ਕਈ ਲੀਡਰਾਂ ਨੇ ਜਾ ਕੇ ਮੇਰੀ ਸਿੰਪਥੀਜ਼ ਨੇ ਫॉर ਪ੍ਰਤਾਪ ਸਿੰਘ ਬਾਜਵਾ ਇਹ ਵਾਕਈ ਲੜਾਈ ਉਹਨਾਂ ਨੇ ਲੜੀ ਹੈ ਕਾਫੀ ਹੱਦ ਤੱਕ ਮੇਰੀ ਸਿੰਪਥੀਜ਼ ਆ ਸੁਖਪਾਲ ਸਿੰਘ ਖਹਿਰਾ ਨਾਲ ਮਗਰ ਕਈ ਇਹਨਾਂ ਦੇ ਲੀਡਰ ਪਹਿਲਾਂ ਤੋਂ ਫਿਕਸਡ ਮੈਚ ਖੇਡ ਰਹੀ ਸੀ ਅੱਜ ਉਹਨਾਂ ਦੇ ਚਿਹਰੇ ਨੰਗੇ ਹੋ ਰਹੇ ਆ ਲੋਕਾਂ ਦੇ ਸਾਹਮਣੇ ਚਿਹਰੇ ਨੰਗੇ ਹੋ ਰਹੇ ਆ ਜਦ ਤੁਸੀਂ ਜਾ ਕੇ ਵਿਰੋਧ ਕੀ ਕਰ ਰਹੇ ਹੋ ਕਿ ਆਪਣਾ ਭਗਵੰਤ ਮਾਨ ਦਾ ਦਿੱਲੀ ਬੈਂਗਲੌਰ ਜਾ ਕੇ ਤੇ ਤੁਸੀਂ ਜੱਫੀਆਂ ਪਾਉਂਦੇ ਇੱਕ ਦੂਜੇ ਨੂੰ ਔਰ ਸਭ ਨੂੰ ਪਤਾ ਹੈ ਕਿ ਕਾਂਗਰਸ ਪਾਰਟੀ ਦਾ ਨਿਊਕਲੀਅਸ ਕੌਣ ਹੈ ਸੋਨੀਆ ਗਾਂਧੀ ਰਾਹੁਲ ਗਾਂਧੀ ਜਦ ਉਹਨਾਂ ਨੇ ਜੱਫੀ ਪਾ ਲਈ ਤੇ ਮਗਰਲਿਆਂ ਦੀ ਤਾਂ ਜੱਫੀਆਂ ਦਾ ਕੋਈ ਮੁੱਲ ਹੀ ਨਹੀਂ ਰਹਿ ਗਿਆ ਇਹਨਾਂ ਤਾਂ ਸਵੇਰੇ ਆਰਡਰ ਹੀ ਆਉਣਾ आप ये कह रहे हैं कि पंजाब के जो नेता हैं कांग्रेस के वो आम आदमी पार्टी की टिकट पर बैकडोर से एंट्री करके और चुनाव लड़ेंगे सर मैं नहीं कह रहा हूं ये हो गया रिंकू साहब कहाँ थे कहाँ गए कांग्रेस के एक्स एमएलए एक दिन पहले को सवाल उठा रहे थे 3 दिन बाद उधर आपने प्रेस कॉन्फ्रेंस में ही देखा केजरीवाल साहब की शिफ्ट कर रहे थे इनके ऑलरेडी फ्लोर ऑफ द हाउस में प्रताप सिंह बाजवा ने कहा जिस एमपी की आप स्टेटमेंट की बात कर रहे हो भगवंत मान जी वो एमपी आपका है उसको भाई को तो आपने एसएसपी लगाया हुआ है वो भी फिर चले ही गया आ फोटो चन्नी साहब ने तो देखो किन्ने एडे फुल तो थानू नहीं कदे फड़ाए होने जिन्ने इनू देते कि हुण ये हानी मनी सनी मुक गया जी फिर ये बढ़ गया हुण महापुरुष आ दूजा दिखाई वो आ जिहड़ी फोटो है ਆਪਣੇ ਦੀ ਉਹ ਤੁਹਾਡੇ ਵਾਲੇ ਦੀ ਆ ਜਿਹੜਾ ਤੇਰਾ ਜਾਣਕਾਰ ਹੈ ਨਹੀਂ ਹੈ ਤੁਹਾਡਾ ਨਹੀਂ ਆ ਉਹ ਇਹਨੂੰ ਪਤਾ ਵਿਚਾਰ ਨੂੰ ਸਮਝ ਆ ਗਈ ਆਹ ਵੇਖੋ ਫੋਟੋ ਇਹ ਤਾਂ ਪਹਿਲਾਂ ਹੀ ਜਦੋਂ ਕੋਈ ਗੱਲ ਹੁੰਦੀ ਆ ਉਹਦੇ ਬੁਲਾਰੇ ਵਾਂਗੂ ਵੱਧ ਬੋਲਦਾ ਕਾਂਗਰਸ ਦੀ ਘੱਟ ਗੱਲ ਕਰਦਾ ਤੁਸੀਂ ਖਬਰ ਛਾਪਤੀ ਕਿ 2-3 ਚੱਲੇ ਆ ਕਿਸੇ ਨੇ ਡਿਨਾਈ ਕੀਤਾ ਉਹ ਫੀਤੇ ਕੱਟੀ ਜਾ ਰਹੇ ਆਪੋਜੀਸ਼ਨ ਨੇ ਕਦੇ ਤੁਸੀਂ ਅੱਜ ਤੋਂ ਪਹਿਲਾਂ ਵੇਖਿਆ ਕਿ ਆਪੋਜੀਸ਼ਨ ਦੇ ਵੀ ਸਰਕਾਰ ਦੇ ਕੰਮਾਂ ਤੇ ਜਾ ਕੇ ਫੀਤੇ ਕੱਟ ਰਹੀ ਹੋਵੇ ਸਪਸ਼ਟ ਹੀ ਹੈ ਕੌਣ ਚੱਲਿਆ ਕੌਣ ਨਹੀਂ ਚੱਲਿਆ ਇੱਕ ਅੱਧਾ ਹੋਰ ਚਲੇ ਜਾਊ ਹੁਣ ਮਜੀਠੀਆ ਸਾਹਿਬ ਇੱਕ ਦੱਸੋ ਹਰਿਆਣਾ ਸਰਕਾਰ ਨੇ ਜਿਵੇਂ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਹਰਿਆਣੇ ਦੇ ਵਿੱਚ ਵੀ ਬਰਾਬਰ ਦੇ ਹੜ੍ਹ ਆਏ ਨੇ ਦੋ ਹੀ ਚਾਹੇ ਅੰਬਾਲਾ ਸੀ ਪਟਿਆਲਾ ਸੀ ਉਧਰ ਸਿਰਸਾ ਹੈਗਾ ਜਾਂ ਮਾਨਸਾ ਹੈਗਾ ਲੇਕਿਨ ਹਰਿਆਣਾ ਸਰਕਾਰ ਨੇ ਹੜ੍ਹਾਂ ਵਾਸਤੇ 15000 ਰੁਪਏ ਦਾ ਐਲਾਨ ਕਰ ਦਿੱਤਾ ਹੈਗਾ ਉਹ ਵੀ 3-4 ਫਸਲਾਂ ਦਾ ਬਾਕੀ ਕਿਹਾ ਝੋਨੇ ਦਾ ਅਸੀਂ ਬਾਅਦ ਦੇ ਵਿੱਚ ਕਰਾਂਗੇ ਪੰਜਾਬ ਦੇ ਕਿਸਾਨ ਵੀ ਉਵੇਂ ਦੇਖ ਰਹੇ ਦੇਖੋ ਮੈਂ ਬਾਰ-ਬਾਰ ਕਹਿ ਰਿਹਾ ਪਹਿਲੀ ਗੱਲ ਤਾਂ ਮੌਜੂਦਾ ਆਮ ਆਦਮੀ ਪਾਰਟੀ ਤੇ ਕਾਂਗਰਸ ਸਰਕਾਰ ਦੀ ਪੰਜਾਬ 'ਚ ਜੋ ਐਲਾਨ ਨੇ ਉਹ ਐਲਾਨ ਹੀ ਨਿਕਲੇ ਪਿਛਲੀ ਵਾਰੀ ਜਿਹੜਾ ਗੁਲਾਬੀ ਸੁੰਡੀ ਦਾ ਨੁਕਸਾਨ ਹੋਇਆ ਸੀ ਨਾ ਉਹਦੇ ਪੈਸੇ ਮਿਲੇ ਭਗਵੰਤ ਮਾਨ ਜੀ ਕੱਲਾ ਫੋਟੋ ਓਪਰਚੁਨਿਟੀ ਉਹ ਮੈਂ ਵੇਖਿਆ ਉਹਨਾਂ ਦੀ ਫੋਟੋ ਆਈ ਉਹ ਕਿਹਦੇ ਅੱਗੇ ਖਲੋਤੇ ਸੀ ਉਹਦੇ ਜੇਸੀਬੀ ਦੇ ਅੱਗੇ ਹੁਣ ਜੇਸੀਬੀ ਨੂੰ ਤਾਂ ਐ ਵੇਖਦਾ ਸੀਗਾ ਕਿ ਜਿਵੇਂ ਇਹ 'ਚ ਪਤਾ ਨਹੀਂ ਕਿਹੜਾ ਇੰਜੀਨੀਅਰਿੰਗ ਕਰਦੇ ਨਹੀਂ ਇਹਨੂੰ ਔਰ ਉਹ ਤੋਂ ਅਗਲੇ ਦਿਨ ਲੋਕਾਂ ਨੇ ਉੱਥੋਂ ਜਿਨ੍ਹਾਂ ਨੇ ਉਦੋਂ ਗਿੱਟਿਆਂ ਤੱਕ ਪਾਣੀ ਸੀ ਮੁੜ ਕੇ ਉਹਨਾਂ ਦੀ ਆ ਇੱਥੇ ਤੱਕ ਪਾਣੀ ਛਾਤੀ ਤੱਕ ਪਾਣੀ ਆ ਗਿਆ ਸੀ ਉਹ ਖੜ ਕੇ ਉਹਨਾਂ ਨੇ ਵੀਡੀਓ ਲੋਕਾਂ ਨੇ ਪਾਈ ਕਿ ਫੋਟੋ ਆਪ ਛੱਡੋ ਲੋਕਾਂ ਦੇ ਭਲੇ ਦੀ ਗੱਲ ਕਰੋ ਲੋਕਾਂ ਨੂੰ ਕੀ ਫਾਇਦਾ ਦੇਣਾ ਉਹ ਗੱਲ ਕਰੋ ਕਿੱਥੇ ਮੁਆਵਜ਼ਾ ਗਿਆ ਜੀ ਕਿਹੜੇ ਕਿੱਲੇ ਨੂੰ ਕਿਹੜਾ ਮੁਆਵਜ਼ਾ ਗਿਆ ਜਨਤਕ ਦੇ ਦੇਣ ਵੀ ਐਜ਼ ਆਪੋਜੀਸ਼ਨ ਵਿਲ ਅਪਰੀਸ਼ੀਏਟ ਇਟ ਜਿਹੜੀ ਜਾਨੀ ਮਾਲੀ ਨੁਕਸਾਨ ਹੋਇਆ ਉਹਦੀ ਦੇ ਦੇਣ ਕਿ ਅਸੀਂ ਇਹਨਾਂ ਪਰਿਵਾਰਾਂ ਨੂੰ ਇੰਨੇ ਪੈਸੇ ਦੇਤੇ 10-10 ਲੱਖ ਦੇ ਹਿਸਾਬ ਨਾਲ ਵੀ ਵਿਲ ਸੇ ਕਿ ਬਹੁਤ ਚੰਗੀ ਗੱਲ ਆ ਜਿਹੜੇ ਮਾਹਿਰ ਨੇ ਐਗਰੀਕਲਚਰ ਦੇ ਉਹ ਕਹਿੰਦੇ ਜੀ ਦੁਬਾਰ ਤੋਂ ਸੋਇੰਗ ਨਹੀਂ ਹੋ ਸਕਦੀ ਹੁਣ ਸਮਾਂ ਹੀ ਬੀਤ ਗਿਆ ਇਹ ਕਹਿ ਰਹੇ ਜੀ ਅਸੀਂ ਦੁਬਾਰ ਤੋਂ ਸੋਇੰਗ ਕਰਾ ਦੇਵਾਂਗੇ ਅੱਜ ਤੱਕ ਇਹ ਨਹੀਂ ਦੱਸਿਆ ਕਿ ਕਿੰਨੇ ਕਿੱਲਿਆਂ ਦਾ ਨੁਕਸਾਨ ਹੋ ਗਿਆ ਰੋਜ਼ ਬ੍ਰੀਚ ਹੋ ਰਿਹਾ ਰੋਜ਼ ਪਾਟਕ ਪੈ ਰਹੇ ਰੋਜ਼ ਪਾਣੀ ਖੇਤਾਂ ਨੂੰ ਜਾ ਰਿਹਾ ਨੁਕਸਾਨ ਹੋ ਰਿਹਾ ਉਹਦਾ ਅੱਜ ਤੱਕ ਕੋਈ ਦੱਸਿਆ ਨਹੀਂ ਕਿ ਕਿੰਨੇ ਕਿੱਲੇ ਕਿਹੜੇ ਜ਼ਿਲ੍ਹੇ 'ਚ ਕਿੰਨੇ ਕਿੱਲੇ ਡੁੱਬ ਗਏ ਆ ਕਿੰਨੇ ਡੰਗਰ ਮਰ ਗਏ ਆ ਕਿੰਨੇ ਘਰਾਂ ਦਾ ਆਪਣਾ ਛੱਤਾਂ ਡਿੱਗ ਗਈਆਂ ਨੇ ਕੋਈ ਹਿਸਾਬ ਕਿਤਾਬ ਦਿੱਤਾ ਹੋਵੇ ਤਾਂ ਮੁੜ ਕੇ ਪੈਸੇ ਦੇਣਗੇ ਨੀਅਤ ਹੀ ਨਹੀਂ ਭਾਈ ਮਾਝੇ 'ਚ ਵੀ ਆ ਗਿਆ ਹਾਂਜੀ ਮਾਝੇ ਵਾਲੇ ਪਾਸੇ ਵੀ ਹੋ ਗਏ ਦੇਖਦੇ ਆ ਜੀ ਹੁਣ ਜੇ ਤੁਸੀਂ ਕਹਿ ਰਹੇ ਹੋ ਕਿ ਇਸ ਗੱਲ ਦੀ ਸ਼ੁਰੂਆਤ ਪਹਿਲਾਂ ਸੀਗੀ ਤਰਨਤਾਰਨ ਵਾਲੇ ਪਾਸੇ ਇਹ ਚਰਚਾ ਚੱਲੀ ਹੁਣ ਜਾ ਕੇ ਵੇਖਦੇ ਆ ਜੀ ਬਿਕੋਜ਼ ਹਲੇ ਤਾਂ ਇੱਥੋਂ ਦਾ ਹੀ
ਮਾਰ ਜਿੰਨੀ ਪੈ ਗਈ ਹੈ ਤਰਨਤਾਰਨ ਵਾਲੇ ਪਾਸੇ ਤੇ ਪਈ ਸੀ ਜ਼ਿਆਦਾ, ਫਿਰ ਸ਼ਾਹਕੋਟ ਵਾਲੇ ਪਾਸੇ ਸੀ, ਫਿਰ ਆ ਘੱਗਰ ਦੇ ਪਾਸੇ ਜਿਹੜੀ ਜਿੱਥੇ ਜਿੱਥੋਂ ਘੱਗਰ ਲੰਘਦੀ ਆ ਸਾਰਾ ਹੀ ਕੀ ਹਾਲ ਬਣਿਆ ਪਿਆ ਮਾਨਸੇ ਜ਼ਿਲ੍ਹੇ 'ਚ ਤੁਸੀਂ ਵੇਖ ਰਹੇ ਹੋ। ਮਗਰ ਸਰਕਾਰ ਦੇ ਵਜ਼ੀਰ ਕੋਈ ਮਿਰਚਾ MLA ਕੋਈ ਮਿਰਚਾ ਚੱਕੀ ਫਿਰਦਾ, ਉਹ ਟੋਰਟੋਇਜ਼ ਨਾਲ ਲਵਾਈ ਜਾਂਦਾ ਫੋਟੋ, ਇਹ ਕੋਈ ਆਪਣਾ ਪਤਾ ਨਹੀਂ ਹੋਰ ਹੀ ਉੱਥੇ ਪਾਣੀ 'ਚ ਭੱਜਿਆ ਫਿਰਦਾ, ਉੱਥੇ ਹੋ ਕੋਈ ਲੋਕ ਹੋਰ ਪਾਸੇ ਨੂੰ ਲੱਗੇ ਹੋਰ ਪਾਸੇ ਨੇ, ਫੋਟੋ ਆਪਰਚੂਨਿਟੀਆਂ ਹੀ ਚੱਲ ਰਹੀਆਂ ਇਹਨਾਂ ਦੀ। ਉਹ CM ਕਹਿੰਦੇ CM ਕਰ ਰਿਹਾ ਤੇ ਅਗਲਾ ਕਹਿੰਦਾ ਨੇਲੇ ਤੇ ਦਿਲ ਮੈਂ ਉੱਤੋਂ ਦੀ ਕਰਨਾ, ਕਿ ਮੇਰਾ ਵੀ ਕਿਤੇ ਕੇਜਰੀਵਾਲ ਸਾਹਿਬ ਐ ਨਾ ਕਹਿਣ ਕਿ ਇਹਨੇ ਕੰਮ ਘੱਟ ਕੀਤਾ। ਉਹ ਕਿਨੇ ਕਹੀ ਦਿੱਤਾ, ਤੁਹਾਡੀ ਅਖਬਾਰਾਂ ਨਹੀਂ ਛਾਪਿਆ ਕਿ ਡਿਪਟੀ CM ਬਣਨਾ, ਮੈਂ ਉਹ ਵੱਧ ਹੀ ਭੱਜਿਆ ਫਿਰਦਾ ਰੋਜ਼ ਹੀ, ਕਦੇ ਨਿਆਣਾ ਫੜ ਲੈਂਦਾ ਜਾ ਕੇ, ਨਿਆਣਾ ਖੋ ਕੇ ਪਾਣੀ 'ਚ ਭੱਜ ਜਾਂਦਾ, ਕਦੇ ਕੁਝ ਕਰ ਦਿੰਦਾ। ਹੁਣ ਕੀ ਰੱਬ ਰੱਖਾ ਇਹ ਜੀ ਸੋਚ ਵਾਲੇ ਬੰਦਿਆਂ ਨੂੰ। Because we are right now, we are not part of it. Yaar, why should we participate? People who are part of the NDA have participated. People who are part of this new so-called India Alliance have participated. ਉਹਨਾਂ ਦੇ ਚਿਹਰੇ ਨੰਗੇ ਆ। So my question is, neither you participated in India nor you in NDA. So you have decided to contest alone in 2024 general elections? Absolutely, that's what it looks like. If there is any change of heart or change of mind or any, you will be the first person to know. Right now it's absolutely clear. But you know, there is this very unfortunate incident which has happened in Manipur. So Absolutely. you want to comment on that? It's the saddest incident that I can recall in recent times. It's a blot on face of our for India as such. It is one of the most shameful and heinous incidents that have taken place, and we in Shiromani Akali Dal condemn it in the strongest possible form, and strictest of action should be taken. And I have been saying it for a very long time, and I hope you, as the fourth pillar of democracy, wake up to this, that the situation in Manipur has been on the boil for a very long time, but we've been turning a blind eye. And yesterday's incident would have not happened had there been some more seriousness towards what was happening there. It is sad what has happened. They need to be given capital punishment. This is not the way democracies work, and this is not the way our Indian system works. So I think we all are aghast and ashamed of what has happened there, and our head hangs in shame that this has happened on our motherland. Thank you.